दोस्तों ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਮੈਂ ਪੜ੍ਹਾਈ ਦੇ ਵਿਸ਼ੇ ਤੋਂ ਹਟ ਕੇ ਵੀਡੀਓ ਬਣਾਉਣ ਜਾ ਰਿਹਾ ਜਿਹੜਾ ਅੱਜ ਕੱਲ੍ਹ ਬਹੁਤ ਚਰਚਾ 'ਚ ਸਾਡੇ ਮਾਨਯੋਗ ਨਵੇਂ ਚੁਣੇ ਗਏ MP ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸਰਦਾਰ ਭਗਤ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਉਸਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਉਸ ਚਰਚਾ ਦੇ ਬਾਰੇ ਇੱਕ ਰਿਪੋਰਟ ਪੇਸ਼ ਕਰਨ ਜਾਣੇ ਇਤਿਹਾਸ ਨਾਲ ਜੁੜੀਆਂ ਹੋਈਆਂ ਪੁਰਾਣਾ ਇਤਿਹਾਸ ਫਰੋਲਣਾ ਪਿਆ ਜਿਸ ਕਰਕੇ ਅੱਜ ਦਾ ਮੇਰਾ ਵਿਸ਼ਾ ਜਦੋਂ ਜਨਰਲ ਡਾਇਰ ਨੂੰ ਕਕਾਰ ਪਵਾ ਕੇ ਬਣਾਇਆ ਸੀ ਸਿੱਖ ਤੇ ਦਿੱਤਾ ਸੀ ਸਰੋਪਾ, ਉਹ ਕੌਣ ਲੋਕ ਸਨ ਤੇ ਜਲਿਆਂਵਾਲਾ ਬਾਗ ਦੇ ਬਾਰੇ ਇਤਿਹਾਸ ਬਾਰੇ ਵੀ ਥੋੜਾ ਇਸ ਵੀਡੀਓ 'ਚ ਗੱਲ ਕਰਾਂਗੇ। ਜੇਕਰ ਤੁਸੀਂ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਾਓ ਤਾਂ ਜੋ ਹਰ ਤਰ੍ਹਾਂ ਦੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲੇ। ਮੇਰੇ ਅੱਜ ਦੇ ਇਸ ਵੀਡੀਓ ਦੇ ਮੇਨ 9 ਅਹਿਮ ਗੱਲਾਂ ਨੇ ਜੋ ਜਲਿਆਂਵਾਲੇ ਬਾਗ ਦੇ ਕਾਂਡ ਨਾਲ ਜੁੜੀਆਂ ਹੋਈਆਂ ਹਨ ਕਿ ਕੌਣ ਸਨ ਲੋਕਾਂ ਦੇ ਦੋ ਆਗੂ ਜਿਨ੍ਹਾਂ ਨੇ ਉਸ ਜਲਿਆਂਵਾਲੇ ਬਾਗ 'ਚ ਇੱਕ ਮੀਟਿੰਗ ਸੱਦੀ ਸੀ, ਜਨਰਲ ਡਾਇਰ ਕੌਣ ਸੀ, ਕੂਚਾ ਕੋੜੀਆਂ ਵਾਲੀ ਗਲੀ ਦੇ ਵਿੱਚ ਕੀ ਵਾਪਰਿਆ ਸੀ, ਰੌਲਟ ਐਕਟ ਕੀ ਸੀ ਜਿਸ ਕਾਰਨ ਇਹ ਮੀਟਿੰਗ ਰੱਖੀ ਗਈ ਸੀ, ਜਲਿਆਂਵਾਲੇ ਬਾਗ ਕਾਂਡ ਵਿੱਚ ਕਿੰਨੀਆਂ ਮੌਤਾਂ ਹੋਈਆਂ ਸਨ, ਡਾਇਰ ਤੇ ਉਹ ਡਿਵਾਇਰ ਇਹਨਾਂ ਦੋਵਾਂ ਦਾ ਦੋਵਾਂ ਵਿੱਚੋਂ ਕਿਸ ਦਾ ਕਤਲ ਸਰਦਾਰ ਉਦਮ ਸਿੰਘ ਨੇ ਕੀਤਾ ਸੀ, ਹੰਟਰ ਕਮਿਸ਼ਨ ਕੀ ਸੀ, ਜਨਰਲ ਡਾਇਰ ਨੂੰ ਸਿੱਖ ਸਾਜਿਆ ਗਿਆ, ਇਸ ਬਾਰੇ ਵੀ ਥੋੜੇ ਵਿਚਾਰ ਚਰਚਾ ਕਰਾਂਗੇ। ਤੇ ਜਲਿਆਂਵਾਲੇ ਬਾਗ ਵਾਲਾ ਜੱਲਾ ਕੌਣ ਸੀ। ਵੀਡੀਓ ਹੋ ਸਕਦਾ ਕੁਝ ਲੰਬੀ ਹੋਵੇ ਪਰ ਅਖੀਰ ਤੱਕ ਇਤਿਹਾਸ ਦੇ ਪੰਨਿਆਂ ਨੂੰ ਸੁਣਨ ਲਈ ਜ਼ਰੂਰ ਅਖੀਰ ਤੱਕ ਸੁਣੋ। ਜਲਿਆਂਵਾਲੇ ਬਾਗ ਕਾਂਡ ਬਾਰੇ 13 ਅਪ੍ਰੈਲ 1919 ਨੂੰ ਹੋਏ ਇਸ ਕਾਂਡ ਵਿੱਚ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਸਨ। ਇਸ ਗੋਲੀਕਾਂਡ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ। ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਤੇ ਉਹਨਾਂ ਦੇ ਨਾਨਾ ਜਥੇਦਾਰ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਰੋਪਾ ਦਿੱਤੇ ਜਾਣ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਜਿਹੜੀ ਕਿ ਇਸ ਵਿਵਾਦ ਵਿੱਚ ਸਰਦਾਰ ਮਾਨ ਨੂੰ ਨਹੀਂ ਸੀ ਪੈਣਾ ਚਾਹੀਦਾ ਕਿ ਪੰਜਾਬ ਦੇ ਮੁੱਦੇ ਹੋਰ ਬਹੁਤ ਸਾਰੇ ਸੀ ਜਿਹੜੇ ਆਪਾਂ ਇਸ ਵੇਲੇ ਪਾਰਲੀਮੈਂਟ ਹਾਊਸ 'ਚ ਚਰਚਾ ਕਰ ਸਕਦੇ ਸੀ, ਪਰ ਬੇਲੋੜਾ ਮੁੱਦਾ ਛੇੜ ਦਿੱਤਾ ਜਿਸ ਨਾਲ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਹੁਣ ਆ ਰਿਹਾ। ਉਹਨਾਂ ਕਿਹਾ ਕਿ ਜਥੇਦਾਰ ਅਰੂੜ ਸਿੰਘ ਨੇ ਫਿਰ ਆਪਣੇ ਨਾਨਾ ਦੀ ਸਫਾਈ ਵਿੱਚ ਸਰਦਾਰ ਮਾਨ ਨੇ ਕਿਹਾ ਕਿ ਜਥੇਦਾਰ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਰੋਪਾ ਦਰਬਾਰ ਸਾਹਿਬ ਨੂੰ ਬੰਬਾਰੀ ਤੋਂ ਬਚਾਉਣ ਲਈ ਦਿੱਤਾ ਸੀ। ਜਨਰਲ ਡਾਇਰ ਦੀ ਅਗਵਾਈ ਵਿੱਚ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਗੋਲੀਕਾਂਡ ਹੋਇਆ ਸੀ। 19 ਵਿੱਚ ਜਦੋਂ ਜਲਿਆਂਵਾਲੇ ਬਾਗ ਤੇ ਗੋਲੀਕਾਂਡ ਦੇ 100 ਸਾਲ ਪੂਰੇ ਹੋਏ ਸਨ ਤਾਂ ਇਸ ਕਾਂਡ ਨਾਲ ਸੰਬੰਧਿਤ BBC ਪੰਜਾਬੀ ਨੇ ਇੱਕ ਖਾਸ ਰਿਪੋਰਟ ਛਾਪੀ ਸੀ। ਜਨਰਲ ਡਾਇਰ ਦੀ ਅਗਵਾਈ ਵਿੱਚ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਗੋਲੀਕਾਂਡ ਹੋਇਆ ਸੀ ਤੇ ਰਿਪੋਰਟ ਜਿਹੜੀ ਛਾਪੀ ਸੀ ਉਸ ਦੀ ਸਰੋਤਿਆਂ ਨੂੰ ਰੁਚੀ ਲਈ ਉਸ ਰਿਪੋਰਟ ਨੂੰ ਹੂਬਹੂ ਪੇਸ਼ ਕਰਨ ਜਾ ਰਿਹਾ ਹੈ। ਅਖੀਰ ਤੱਕ ਜ਼ਰੂਰ ਨਾ ਕੌਣ ਸਨ ਲੋਕਾਂ ਦੇ ਦੋ ਆਗੂ। ਇਤਿਹਾਸਕਾਰ VN ਦੱਤਾ ਤੇ ਸਤਿਆ M ਰਾਏ ਮੁਤਾਬਿਕ 13 ਅਪ੍ਰੈਲ 1919 ਦਾ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀ ਹੁਕੂਮਤ ਵੱਲੋਂ ਕੀਤੀ ਗ੍ਰਿਫਤਾਰੀ ਵਿਰੁੱਧ ਅੰਦੋਲਨ ਤੋਂ ਦਬਾਉਣ ਦਾ ਵੀ ਨਤੀਜਾ ਸੀ। ਇਹ ਦੋਵੇਂ ਆਗੂ ਰੌਲਟ ਐਕਟ ਵਰਗੇ ਬਰਤਾਨਵੀ ਕਾਨੂੰਨਾਂ ਦੇ ਵਿਰੋਧੀ ਕਾਨੂੰਨਾਂ ਦੀ ਅਗਵਾਈ ਕਰ ਰਹੇ ਸਨ। ਇਹ ਦੋ ਆਗੂ ਸਨ ਡਾਕਟਰ ਸਤਿਆਪਾਲ ਅਤੇ ਸੈਫੁਦੀਨ ਕਿਚਲੂ। ਅੰਮ੍ਰਿਤਸਰ ਉਹਨਾਂ ਦੀ ਕਰਮ ਭੂਮੀ ਸੀ ਅਤੇ ਇਹ ਦੋਵੇਂ ਕਾਂਗਰਸ ਦੇ ਅਹਿੰਸਕ ਅੰਦੋਲਨਾਂ ਦੇ ਅੰਮ੍ਰਿਤਸਰ ਵਿੱਚ ਚਿਹਰਾ ਮੋਹਰਾ ਸਨ। ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਦੀ ਜੋੜੀ ਦੇ ਜ਼ੋਰਦਾਰ ਭਾਸ਼ਣਾਂ ਕਾਰਨ ਉਹਨਾਂ ਦੋਵਾਂ ਉੱਤੇ ਜਲਸਿਆਂ ਵਿੱਚ ਤਕਰੀਰਾਂ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। 10 ਅਪ੍ਰੈਲ 1919 ਨੂੰ ਡਾਕਟਰ ਸਤਿਆਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਡਾਕਟਰ ਸੈਫੁਦੀਨ ਕਿਚਲੂ ਨਾਲ ਧਰਮਸ਼ਾਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜਨਰਲ ਡਾਇਰ ਕੌਣ ਸੀ। 1919 ਦੇ ਖੂਨੀ ਸਾਕੇ ਉੱਤੇ 1969 ਵਿੱਚ ਲਿਖੀ ਗਈ ਕਿਤਾਬ ਜਲਿਆਂਵਾਲਾ ਬਾਗ ਦੇ ਲੇਖਕ VN ਦੱਤਾ ਮੁਤਾਬਕ ਜਲਿਆਂਵਾਲਾ ਬਾਗ ਖੂਨੀ ਕਾਂਡ ਨੂੰ ਅੰਜਾਮ ਦੇਣ ਵਾਲੇ ਬਰਤਾਨਵੀ ਫੌਜੀ ਅਫਸਰ ਜਨਰਲ ਡਾਇਰ ਦਾ ਪੂਰਾ ਨਾਂ ਰੈਡੀਨਾਲਡ ਐਡਵਰਡ ਹੈਰੀ ਡਾਇਰ ਸੀ। ਜਲਿਆਂਵਾਲੇ ਕਾਂਡ ਤੋਂ ਬਾਅਦ
ਭਾਰਤ ਅਤੇ ਬ੍ਰਿਟੇਨ ਵਿੱਚ ਉਸ ਦੀ ਤਿੱਖੀ ਆਲੋਚਨਾ ਹੋਈ ਸੀ ਅਤੇ ਬਹੁ ਗਿਣਤੀ ਭਾਰਤੀਆਂ ਵਿੱਚ ਇਸ ਕਾਂਡ ਨੇ ਬਰਤਾਨਵੀ ਹਕੂਮਤ ਖਿਲਾਫ ਰੋਹ ਜਗਾ ਦਿੱਤਾ ਸੀ। ਵੀਐਨ ਦੱਤਾ ਆਪਣੇ ਲੇਖ ਜਲਿਆਂਵਾਲਾ ਬਾਗ ਕਤਲ-ਏ-ਆਮ ਤੇ ਪਰਿਣਾਮ ਵਿੱਚ ਲਿਖਦੇ ਹਨ ਕਿ ਡਾਇਰ ਪਰਿਵਾਰ ਦਾ ਭਾਰਤ ਨਾਲ ਰਿਸ਼ਤਾ ਕਰੀਬ 1 ਸਦੀ ਦਾ ਸੀ। ਉਸ ਦੇ ਦਾਦਾ ਜੌਨ ਐਡਵਰਡ ਦਾ ਜਨਮ 7 ਜੁਲਾਈ 1831 ਨੂੰ ਕੋਲਕਾਤਾ ਵਿੱਚ ਹੋਇਆ ਸੀ ਅਤੇ ਉਹ ਭਾਰਤ ਵਿੱਚ ਹੀ ਵਸ ਗਿਆ ਸੀ। ਜਰਨਲ ਨੇ ਮੁੱਢਲੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕਾਟਨ ਤੋਂ ਕੀਤੀ ਸੀ ਅਤੇ ਕਾਲਜ ਦੀ ਪੜ੍ਹਾਈ ਆਇਰਲੈਂਡ ਤੋਂ ਕੀਤੀ ਸੀ। ਡਾਇਰ ਜ਼ਿਆਦਾ ਕਰਕੇ ਜੰਗੀ ਮੁਹਿੰਮਾਂ ਵਿੱਚ ਸਰਗਰਮ ਰਿਹਾ ਸੀ। ਭਾਰਤ ਵਾਪਸੀ ਉੱਤੇ ਜਲੰਧਰ ਵਿੱਚ ਡਾਇਰ ਨੂੰ ਬ੍ਰਿਗੇਡ ਕਮਾਂਡਰ ਲਾਇਆ ਗਿਆ ਸੀ। ਸਾਲ 1919 ਦੇ ਮਾਰਚ-ਅਪ੍ਰੈਲ ਦੌਰਾਨ ਲੋਕ ਅੰਦੋਲਨ ਦਬਾਉਣ ਲਈ ਉਹ ਜਲੰਧਰ ਤੋਂ ਹੀ 10 ਅਪ੍ਰੈਲ ਨੂੰ ਫੌਜੀ ਦਸਤੇ ਨਾਲ ਅੰਮ੍ਰਿਤਸਰ ਪਹੁੰਚਿਆ ਸੀ। ਕੂਚਾ ਕੋੜੀਆਂਵਾਲਾ ਵਾਲੀ ਗਲੀ ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਮੁੱਖ ਧਾਰਾਵਾਂ ਕਿਤਾਬ ਤੇ ਜਲਿਆਂਵਾਲਾ ਬਾਗ ਵਾਲੇ ਚੈਪਟਰ ਵਿੱਚ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਕਪੂਰ ਲਿਖਦੇ ਹਨ, ਰੌਲਟ ਐਕਟ ਉੱਤੇ ਕਾਫੀ ਅੰਦੋਲਨ ਤਿੱਖਾ ਹੋ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਹਾਲਾਤ ਹੱਥੋਂ ਬਾਹਰ ਜਾਂਦੇ ਲੱਗ ਰਹੇ ਸਨ। ਅਪ੍ਰੈਲ 9, 1919 ਤੱਕ ਪੂਰਾ ਅੰਦੋਲਨ ਸ਼ਾਂਤਮਈ ਰਿਹਾ, ਪਰ ਫਿਰ ਬਰਤਾਨਵੀ ਅਫਸਰਾਂ ਨੇ ਮੁੱਖ ਆਗੂ ਡਾਕਟਰ ਸਤਿਆਪਾਲ ਤੇ ਡਾਕਟਰ ਸੈਫਉੱਦੀਨ ਕੁਚਲੂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਲੋਕ ਭੜਕ ਉੱਠੇ। ਲੋਕਾਂ ਨੇ ਵੱਡੀ ਗਿਣਤੀ ਵਿੱਚ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਭੰਨ ਤੋੜ ਕੀਤੀ ਸੀ। ਪੁਲਿਸ ਨੇ ਭੀੜ ਉੱਤੇ ਗੋਲੀ ਚਲਾ ਕੇ 20 ਬੰਦੇ ਮਾਰ ਦਿੱਤੇ। ਜਨਰਲ ਡਾਇਰ ਦੀ ਅਗਵਾਈ ਵਿੱਚ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿੱਚ ਗੋਲੀकांड ਹੋਇਆ ਸੀ। 19 ਵਿੱਚ ਜਦੋਂ ਜਲਿਆਂਵਾਲਾ ਬਾਗ ਤੇ ਗੋਲੀकांड ਦੇ 100 ਸਾਲ ਪੂਰੇ ਹੋਏ ਸਨ ਤਾਂ ਇਸ ਕਾਂਡ ਨਾਲ ਸੰਬੰਧਿਤ BBC ਪੰਜਾਬੀ ਨੇ ਇੱਕ ਖਾਸ ਰਿਪੋਰਟ ਛਾਪੀ ਸੀ। ਜਨਰਲ ਡਾਇਰ ਦੀ ਅਗਵਾਈ ਵਿੱਚ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿੱਚ ਗੋਲੀकांड ਹੋਇਆ ਸੀ ਤੇ ਰਿਪੋਰਟ ਜਿਹੜੀ ਛਾਪੀ ਸੀ ਉਸ ਦੀ ਸਰੋਤਿਆਂ ਨੂੰ ਰੁਚੀ ਲਈ ਉਸ ਰਿਪੋਰਟ ਨੂੰ ਹੂਬਹੂ ਪੇਸ਼ ਕਰਨ ਜਾ ਰਹੇ ਹਾਂ। ਅਖੀਰ ਤੱਕ ਜ਼ਰੂਰ ਇਹ ਹੁਕਮ ਸਵੇਰੇ 6 ਵਜੇ ਤੋਂ ਰਾਤੀ 8 ਵਜੇ ਤੱਕ ਲਾਗੂ ਹੁੰਦੇ ਸਨ। ਰਾਤ ਨੂੰ ਕਰਫਿਊ ਹੋਣ ਕਾਰਨ ਇਸ ਦੀ ਲੋੜ ਨਹੀਂ ਸੀ। ਇਸ ਖੇਤਰ ਵਿੱਚ ਪੈਂਦੇ ਘਰਾਂ ਦੇ ਪਿਛਲੇ ਪਾਸੇ ਦਰਵਾਜ਼ੇ ਨਹੀਂ ਸਨ ਅਤੇ ਲੋਕਾਂ ਨੂੰ ਲੇਟ ਕੇ ਜ਼ਮੀਨ ਉੱਤੇ ਖਿਸਰ ਕੇ ਲੰਘਣਾ ਪੈਂਦਾ ਸੀ। ਰੌਲਟ ਐਕਟ ਕੀ ਸੀ? ਐਨਾਰਕੀਕਲ ਐਂਡ ਰੈਵੋਲੂਸ਼ਨਰੀ ਕ੍ਰਾਈਮ ਐਕਟ ਆਫ 1919 ਨੂੰ ਆਮ ਕਰਕੇ ਰੌਲਟ ਐਕਟ ਜਾਂ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ। ਦਿੱਲੀ ਦੀ ਬਰਤਾਨਵੀ ਲੈਜਿਸਲੇਟਿਵ ਕੌਂਸਲ ਨੇ ਇਸ ਨੂੰ 10 ਮਾਰਚ 1919 ਨੂੰ ਪਾਸ ਕੀਤਾ ਸੀ। ਇਹ ਕਾਨੂੰਨ ਸਰ ਸਿਡਨੀ ਆਰਥਰ ਟੇਲਰ ਰੇਨੌਲਡ ਦੀ ਅਗਵਾਈ ਵਾਲੇ ਕਮਿਸ਼ਨ ਦੀਆਂ ਸਿਫਾਰਸ਼ਾਂ ਉੱਤੇ ਆਧਾਰਿਤ ਸੀ। ਇਸ ਲਈ ਇਸ ਨੂੰ ਰੌਲਟ ਐਕਟ ਕਿਹਾ ਜਾਂਦਾ ਸੀ, ਪਰ ਭਾਰਤੀ ਇਸ ਨੂੰ ਕਾਲਾ ਕਾਨੂੰਨ ਦੱਸਦੇ ਸਨ। ਇਸ ਕਾਨੂੰਨ ਦਾ ਆਧਾਰ ਡਿਫੈਂਸ ਆਫ ਇੰਡੀਆ ਐਕਟ 1915 ਸੀ। ਸਿਡਨੀ ਰੌਲਟ ਦੇ ਕਾਨੂੰਨ ਖਿਲਾਫ ਭਾਰਤੀ ਲੋਕਾਂ 'ਚ ਕਾਫੀ ਰੋਸ ਸੀ। ਇਸ ਦੇ ਮੁਤਾਬਿਕ ਵਿਸ਼ਵ ਜੰਗ ਦੇ ਦਿਨਾਂ ਦੌਰਾਨ ਭਾਰਤ ਵਿੱਚ ਜਿਸ ਵੀ ਵਿਅਕਤੀ ਜਾਂ ਸੰਸਥਾ ਨੂੰ ਹਕੂਮਤ ਲਈ ਖਤਰਾ ਸਮਝਿਆ ਜਾਵੇ ਉਸ ਨੂੰ ਬਿਨਾਂ ਕਿਸੇ ਅਪੀਲ ਦਲੀਲ ਤੋਂ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕਰ ਸਕਦੀ ਸੀ। ਸਰਕਾਰ ਉਸ ਵਿਅਕਤੀ ਨੂੰ ਜਿੰਨੇ ਮਰਜ਼ੀ ਸਮੇਂ ਲਈ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖ ਸਕਦੀ ਸੀ। ਇਸ ਕਾਨੂੰਨ ਦੀ ਵਰਤੋਂ ਗਦਰੀ ਇਨਕਲਾਬਾਂ ਅਤੇ ਭਾਰਤੀ ਆਜ਼ਾਦੀ ਲਈ ਲੜਨ ਵਾਲਿਆਂ ਖਿਲਾਫ ਕੀਤੀ ਗਈ। ਖਾਸ ਕਰ ਪੰਜਾਬ ਅਤੇ ਬੰਗਾਲ ਵਿੱਚ ਇਸ ਦੀ ਵਰਤੋਂ ਹੋਈ ਸੀ। ਪਹਿਲਾਂ ਇਹ ਅਸਥਾਈ ਕਾਨੂੰਨ ਸੀ ਅਤੇ ਜੰਗੀ ਹਾਲਾਤ ਦੌਰਾਨ ਇਸ ਨੂੰ ਬਣਾਇਆ ਗਿਆ ਸੀ, ਪਰ ਪਹਿਲੇ ਵਿਸ਼ਵ ਜੰਗ ਖਤਮ ਹੋਣ ਤੋਂ ਬਾਅਦ ਇਸ ਨੂੰ ਸਥਾਈ ਕਰਨ ਲਈ ਰੌਲਟ ਕਮਿਸ਼ਨ ਬਣਾਇਆ ਗਿਆ। ਰੌਲਟ ਕਮਿਸ਼ਨ ਦਾ ਭਾਰਤ ਵਿੱਚ ਤਿੱਖਾ ਵਿਰੋਧ ਹੋਇਆ ਸੀ। ਰੌਲਟ ਕਮਿਸ਼ਨ ਦੀ ਸਿਫਾਰਸ਼ਾਂ ਮੁਤਾਬਿਕ ਸਰਕਾਰੀ ਖੂਫੀਆ ਰਿਪੋਰਟਾਂ ਅਤੇ ਬਰਤਾਨਵੀ ਅਫਸਰਾਂ ਦੀ ਭਾਰਤ ਦੇ ਇਨਕਲਾਬੀਆਂ ਨੂੰ ਸਾਮਰਾਜ ਲਈ ਖਤਰਾ ਦੱਸ ਕੇ ਕਾਨੂੰਨ ਦਾ ਖਰੜਾ ਤਿਆਰ ਕੀਤਾ ਗਿਆ ਸੀ।
इस मुताबिक सिर्फ शक के आधार उत्ते किसी भी व्यक्ति को बिना अदालत विच पेश किया या मुकदमा चलाए बंदी बनाया जा सकता सी। रॉल्ट एक्ट ही वह कानून सी जिसने हुकूमत को अनचाही ताकत दी। इस एक्ट के विरोध वजों पंजाब विचों जबरदस्त अंदोलन बनया सी। इस कानून के विरोध विच जलियांवाले बाग विच सभा हो रही सी। जलियांवाले बाग कांड विच कितनियां मौतां होईयां सन। इतिहासक वीएन दत्ता मुताबिक जलियांवाले बाग कांड विच होईयां मौतां बारे कई अंकड़े मिलते हैं। दत्ता लिखते हैं कि जनरल डायर ने लैफ्टिनेंट गवर्नर को मरण वालों की गिनती बारे 200 तो 300 के विचकार का अंदाजा लिख के भेजा सी, जबकि JB थॉमसन की गिनती मिनती मुताबिक बाग विच मरण वाले लोगों की गिनती 291 तो वध नहीं सी। पर सेवा समति जिसने घरों में जाके सर्वे करने का दावा किया उस मुताबिक उसनों 530 बंदियां के मारे जाने के वेरवे मिले सन। VN दत्ता के लेख जलियांवाले बाग कतलेआम के परिणाम के लेख अनुसार सरकारी आंकड़े मुताबिक 379 लोग मारे गए सन। VN दत्ता अनुसार लैजिस्लेटिव काउंसिल की मीटिंग में पंडित मदन मोहन मालवीया ने दस्सिया कि सरकारी दावे के उल्ट मरण वाले की गिनती संबंधी 1000 का आंकड़ा सच के वधेरे नेड़े है। VN दत्ता मुताबिक मालवीया का आंकड़ा वधा चढ़ा के दस्सिया होया सी। मालवीया का कहना सी कि एक छोटी जी थां जिथे 15,000 बंदे की भीड़ इकट्ठी होवे ते 1650 कारतूस दागे गए होन, उत्थे 700 बंदियां दे मारे जाना असंभव गल नहीं लगती। डायर ते ओ डिवायर आम तौर पर कहा जाता है कि भारतीय आज़ादी घुलाटीए उधम सिंह ने जनरल डायर को मार के जलियांवाले बाग के खूनी साके का बदला लिया सी। पर असलियत यह है कि उधम सिंह ने जलियांवाले बाग विच लोकां उत्ते अन्नेवाह फायरिंग कराने वाले रेनाल्ड एडवर्ड हैरी डायर का नहीं बल्कि सर माइकल ओ डिवायर का कतल किया सी। ओ डिवायर जलियांवाले बाग के साके दौरान पंजाब का गवर्नर सी अते उसने ही इस फायरिंग के हुक्म दिते सन। डी डिवायर ने खूनी साके की जांच लई बने हंटर कमीशन अगे डायर के कार्य को जायज़ दस्सिया सी। लंडन के कैंगस्टन हाल विच 13 जून 1940 को जदों उधम सिंह ने ओ डिवायर को मारिया उदों रॉयल सोसाइटी ऑफ एशियन अफेयर्स के समागम विच भाषण दे रहा सी अते जलियांवाले बाग के साके को जायज़ ठहरा रहा सी। हंटर कमीशन की सी? इतिहासक सत्या एम राय वालों लिखे लेख विच उन्होंने लिखा है कि मार्शल ला और सेंसरशिप खत्म होने तो बाद जो लोगों उत्ते वरताए कहर दी खबरां बाहर आईयां तो इसकी भारत और ब्रिटेन सने चुफेरियों निंदा हुई। लोगों की राय तो मजबूर होकर ब्रिटेन सरकार ने लॉर्ड हंटर की अगवाई विच कमीशन का गठन किया। राय लिखते हैं कि बरतानवी सरकार ने हंटर कमीशन को मार्शल ला दौरान पंजाब विच होईयां गोलीबारी दी घटनावां की जांच करने का काम सौंपिया सी, पर कांग्रेस ने हंटर कमीशन की बनतर बारे सवाल चुके और जवाहरलाल नेहरू की अगवाई विच वक्री जांच कमेटी का गठन किया। हंटर कमेटी ने अपनी रिपोर्ट च लिखा कि कमीशन मार्शल ला की लोड़ और इसके लंबे समय तक लागू रहने और मार्शल ला प्रशासन की सख्ती नाल सहमत नहीं। इस कमीशन ने अपनी रिपोर्ट जलियांवाले बाग खूनी कांड की निखेधी करते लिखा उसने जदों तक मन किया फायरिंग की जिस तो यह समझ आती है कि जनरल डायर ने एक बज्जर गुनाह किया है। इस कमीशन में पीड़ित पक्ष के मैंबरों ने कहा कि सरकार का मार्शल ला दौरान फौजी ताकत वरतना पूरी तरह बेइंसाफी है। जनरल डायर का मानना सी कि उसने बगावत में दबाया है। यही विचार तत्कालीन गवर्नर सर माइकल ओ डिवायर दे सन, पर हंटर कमीशन लिखा उत्थे कोई बगावत नहीं हो रही सी जिसनों खत्म करने की लोड़ सी। राय मुताबिक भारतीय लोगों ने इस हंटर कमीशन को गैर तसली बख्श अधूरा किया। लोगों ने माइकल और डिवायर की हंटर कमेटी अगे पुलिस के फौजी कार्रवाइयां जरूरी दसन का भी विरोध किया। हंटर कमीशन की उसकी दलील नाल सहमत होने की जापदी सी। जनरल डायर को सिख साजिया गया। अकाली मोर्चों का इतिहास किताब के लेखक सोहन सिंह जोश गुरुद्वारियां की आज़ादी का सवाल लेख में लिखते हैं। एक मसंद जनरल डायर जिहे खुंखार दरिंदे को सिख बनाने लई हासोहीना नाटक रचते सन। उसनों बधाइयां देंदे सन कि उसने जलियांवाले बाग विच अन्नेवाह गोली चला के निहत्थे और शांत बैठे पंजाबियों के आहूदा ला के बुराई को फैलन से पहला कुचल दिता सी।
ਜੋਸ਼ ਆਪਣੇ ਲੇਖ ਵਿੱਚ ਜਨਰਲ ਡਾਇਰ ਤੇ ਕਿਤਾਬ ਲਿਖਣ ਵਾਲੇ ਲੇਖਕ ਮਿਸਟਰ ਕੈਲਵਿਨ ਦੇ ਹਵਾਲੇ ਨਾਲ ਲਿਖਦੇ ਹਨ। ਜਦੋਂ ਉਹ ਡਾਇਰ ਅੰਮ੍ਰਿਤਸਰ ਵਾਪਸ ਮੁੜ ਕੇ ਆਇਆ ਤਾਂ ਉਸ ਨੂੰ ਅਤੇ ਮੇਜਰ ਕੈਪਟਨ ਬ੍ਰਿਗਜ਼ ਨੂੰ ਦਰਬਾਰ ਸਾਹਿਬ ਬੁਲਾਇਆ ਗਿਆ। ਜਥੇਦਾਰ ਅਰੂੜ ਸਿੰਘ ਹੱਸ ਪਿਆ। ਮੈਂ ਤੁਹਾਨੂੰ ਲੰਬੇ ਵਾਲ ਨਾ ਰੱਖਣ ਦੀ ਛੂਟ ਦੇ ਦਿਆਂਗਾ। ਉਸਨੇ ਅੱਗੇ ਆਖਿਆ, ਮੈਂ ਸਿਗਰਟ ਪੀਣਾ ਨਹੀਂ ਛੱਡ ਸਕਦਾ। ਅਰੂੜ ਸਿੰਘ ਨੇ ਆਖਿਆ, ਤੁਹਾਨੂੰ ਹੌਲੀ ਹੌਲੀ ਛੱਡ ਦੇਣ ਦੀ ਖੁੱਲ੍ਹ ਦੇ ਦਿਆਵਾਂਗੇ। ਸਿੱਖ ਹੱਸਦੇ ਹੱਸਦੇ ਉਹਨਾਂ ਨੂੰ ਸਿੱਖੀ ਵਿੱਚ ਸ਼ਾਮਲ ਕਰਨ ਵਿੱਚ ਰੁੱਝ ਗਏ। ਡਾਇਰ ਤੇ ਬ੍ਰਿਗਜ਼ ਨੂੰ 5 ਕਕਾਰ ਪਹਿਨਾਏ ਗਏ। ਇਸ ਤਰ੍ਹਾਂ ਉਹ ਸਿੱਖ ਬਣ ਗਏ। ਭਾਵੇਂ ਕਿਸੇ ਕੌਮ ਨੇ ਇਸ ਕਦਮ ਦਾ ਤਿੱਖਾ ਵਿਰੋਧ ਕੀਤਾ, ਪਰ ਆਮ ਸਿੱਖਾਂ ਦੇ ਗੁਰਦੁਆਰਿਆਂ ਉੱਤੇ ਕਾਬਜ਼ ਤੇ ਨੇ ਆਵਾਜ਼ ਨਹੀਂ ਸੁਣੀ। ਅਕਾਲੀ ਲਹਿਰ ਦਾ ਇਤਿਹਾਸ ਕਿਤਾਬ ਦੇ ਲੇਖਕ ਮਹਿੰਦਰ ਸਿੰਘ ਦੀ ਕਿਤਾਬ ਵਿੱਚ ਵੀ ਉਕਤ ਵਾਕਿਆ ਹੂਬਹੂ ਲਿਖਿਆ ਗਿਆ ਹੈ। ਖੁਸ਼ਵੰਤ ਸਿੰਘ ਅਤੇ ਪ੍ਰਿਤਪਾਲ ਸਿੰਘ ਦੀਆਂ ਕਿਤਾਬਾਂ ਵਿੱਚ ਉਸ ਸਮੇਂ ਦੇ ਵੱਡੇ ਸਿੱਖ ਆਗੂਆਂ ਸੁੰਦਰ ਸਿੰਘ ਮਜੀਠੀਆ ਦੇ ਡਾਇਰ ਦੇ ਹੱਕ ਵਿੱਚ ਦਿੱਤੇ ਬਿਆਨਾਂ ਦਾ ਜ਼ਿਕਰ ਮਿਲਦਾ ਹੈ। ਇੱਕ ਤਸਵੀਰ ਸੋਸ਼ਲ ਮੀਡੀਆ ਜਿਹੜੀ ਵਾਇਰਲ ਹੋ ਰਹੀ ਹੈ, ਉਸ ਵਿੱਚ ਵਿਖਾਇਆ ਗਿਆ ਕਿ ਜਨਰਲ ਡਾਇਰ ਨੂੰ ਅਕਾਲ ਤਖਤ ਜਥੇਦਾਰ ਦੇ ਅਰੂੜ ਸਿੰਘ ਵੱਲੋਂ ਪੱਗ ਪਹਿਨਾ ਕੇ ਜਲਿਆਂਵਾਲੇ ਦੇ ਸਰੋਪਾ ਭੇਟ ਕੀਤਾ ਗਿਆ ਸੀ। ਜਲਿਆਂਵਾਲੇ ਬਾਗ ਵਾਲਾ ਜੱਲਾ ਕੌਣ ਸੀ? 13 ਅਪ੍ਰੈਲ 1919 ਦੇ ਸਾਕੇ ਤੋਂ ਬਾਅਦ ਇੱਕ ਯਾਦਗਾਰੀ ਟਰਸਟ ਹੋਂਦ ਵਿੱਚ ਆਇਆ। ਇਸ ਕਮੇਟੀ ਨੇ ਆਪਣੇ ਪ੍ਰਧਾਨ ਪੰਡਿਤ ਮਦਨ ਮੋਹਨ ਮਾਲਵੀਆ ਦੀ ਅਗਵਾਈ ਵਿੱਚ 34 ਮਾਲਕਾਂ ਤੋਂ ਜਲਿਆਂਵਾਲੇ ਬਾਗ ਦੀ ਜ਼ਮੀਨ 5,65,000 ਵਿੱਚ ਖਰੀਦੀ। ਅਸਲ ਵਿੱਚ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਦੀ ਕਿਤਾਬ ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਧਾਰਾਵਾਂ ਦੇ ਪੰਨਾ ਨੰਬਰ 74 ਮੁਤਾਬਿਕ ਕਦੇ ਜਲਿਆਂਵਾਲੇ ਬਾਗ ਦਾ ਇਲਾਕਾ ਭਾਈ ਹਮੀਦ ਸਿੰਘ ਦੀ ਮਲਕੀਅਤ ਸੀ। ਉਹ ਜਸਵੰਤ ਸਿੰਘ ਨਾਭਾ ਦਾ ਮਹਾਰਾਜ ਰਣਜੀਤ ਸਿੰਘ ਦੀ ਸੇਵਾ ਵਿੱਚ ਵਕੀਲ ਸੀ। ਡਾਕਟਰ ਰਤਨ ਸਿੰਘ ਜੱਗੀ ਦੇ ਵਿਸ਼ਵਕੋਸ਼ ਮੁਤਾਬਿਕ ਜਲਿਆਂਵਾਲੇ ਬਾਗ ਦੇ ਸ਼ਬਦ ਜੱਲਾ ਦਾ ਪਿਛੋਕੜ ਫਤਿਹਗੜ੍ਹ ਦੇ ਸਰਹੰਦ ਵਿੱਚ ਪੈਂਦੇ ਪਿੰਡ ਜੱਲਾ ਨਾਲ ਜੁੜਦਾ ਹੈ। ਇਸ ਪਿੰਡ ਨੂੰ ਮਹਾਰਾਜਾ ਪਟਿਆਲਾ ਦੇ ਪ੍ਰੋਹਿਤ ਪੰਡਤ ਜੱਲਾ ਨੂੰ ਵਸਾਇਆ। ਪਿਆਰਾ ਸਿੰਘ ਪਦਮ ਦੇ ਸਿੱਖ ਇਤਿਹਾਸ ਕਿਤਾਬ ਮੁਤਾਬਿਕ ਸਿੱਖ ਮਿਸ਼ਲਾਂ ਦੇ ਚੜ੍ਹਤ ਦੌਰਾਨ ਇਸ ਪਿੰਡ ਦੀ ਜਾਗੀਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ। ਇਹ ਉਸ ਦਾ ਸੂਬਾ ਸਰਹੰਦ ਖਿਲਾਫ ਲੜੀ ਜੰਗ ਦਾ ਇਨਾਮ ਸੀ। ਇਸੇ ਪਿੰਡ ਕਾਰਨ ਹਿੰਮਤ ਸਿੰਘ ਦਾ ਪਰਿਵਾਰ ਜਲਿਆਂਵਾਲੀਆਂ ਸਰਦਾਰਾਂ ਵਜੋਂ ਮਸ਼ਹੂਰ ਹੋ ਗਿਆ। ਬਾਅਦ ਵਿੱਚ ਇਹ ਪਰਿਵਾਰ ਮਹਾਰਾਜਾ ਨਾਭਾ ਲਈ ਕੰਮ ਕਰਨ ਲੱਗ ਪਿਆ ਤੇ ਮਹਾਰਾਜਾ ਨਾਭਾ ਨੇ ਹੀ ਇਹ ਜਾਇਦਾਦ ਦਿੱਤੀ ਸੀ। ਹਿੰਮਤ ਸਿੰਘ ਦੇ 4 ਪੁੱਤਰ ਸਨ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਜ਼ਮੀਨ ਉਹਨਾਂ ਵਿਚਾਲੇ ਵੰਡੀ ਗਈ ਤੇ ਪੀੜ੍ਹੀ ਦਰ ਪੀੜ੍ਹੀ ਇਸ ਦੇ ਮਾਲਕਾਂ ਦੀ ਗਿਣਤੀ ਵੱਧਦੀ ਗਈ। ਸਰਦਾਰਾਂ ਨੇ ਇਸ ਜ਼ਮੀਨ ਵਿੱਚ ਬਾਗ ਲਗਵਾਇਆ ਸੀ, ਜਿਸ ਕਾਰਨ ਇਸ ਨੂੰ ਜਲਿਆਂਵਾਲਾ ਬਾਗ ਕਰਕੇ ਜਾਣਿਆ ਜਾਣ ਲੱਗ ਪਿਆ। ਪਰ 1919 ਦੇ ਸਾਕੇ ਵੇਲੇ ਇਹ ਕੂੜਾ ਸੁੱਟਣ ਵਾਲੀ ਜ਼ਮੀਨ ਤੋਂ ਵੱਧ ਕੁਝ ਨਹੀਂ ਸੀ। ਸੋ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਦਬੋ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਨਵੀਂ ਤੋਂ ਨਵੀਂ ਜਾਣਕਾਰੀ ਤੇ ਇਤਿਹਾਸ ਨਾਲ ਸੰਬੰਧਿਤ ਤੁਹਾਨੂੰ ਵੀਡੀਓ ਸ਼ੇਅਰ ਹੋ ਸਕਣ, ਤੁਸੀਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।